गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल, हाँ गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। जी ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। जी ऐसे गुर को बल बल जाइए, ऐसे गुर को बल बल जाइए। ओ बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुरु वाहिगुरु 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 वाहिगुरु। सारे जपो कोई रसना वांझी ना रहे। सारे सिमरन विच जुड़िए, सिमरो सिमर सिमर सुख पावो। कल कलेस तन मोहे मिटावो। प्रभ का सिमरन सब ते ऊंचा। वाहिगुरु 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 वाहिगुरु। बलहारी गुर अपने दो घड़ी सदवा जिन मानस दे देवते किए करत न लागी वाह।
ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜਮੋਰ ਮੁਕਾਵੇ। ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜਮਾਰ ਮੁਕਾਵੇ। ਇਹ ਕੌਮ ਹੈ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਕੌਮ ਹੈ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜਮਾਰ ਮੁਕਾਵੇ। ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜਮਾਰ ਮੁਕਾਵੇ। ਇਹ ਕੌਮ ਹੈ ਸ਼ਹੀਦਾਂ ਦੀ ਕਿਹੜਾ ਜੰਮਿਆ। ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਮਾਰ ਮੁਕਾਵੇ ਕਿਹੜਾ ਜੰਮਿਆ ਮਾਰ ਮੁਕਾਵੇ। ਕਿਹੜਾ ਜੰਮਿਆ ਜਮਾਰ ਮੁਕਾਵੇ। ਜੰਮਿਆ ਮਾਰ ਮੁਕਾਵੇ। ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਕਿਹੜਾ ਜੰਮਿਆ ਜੋ ਮਾਰ ਮੁਕਾਵੇ। ਕਿਹੜਾ ਜੰਮਿਆ ਜਮਾਰ ਮੁਕਾਵੇ। ਜੰਮਿਆ ਜਮਾਰ ਮੁਕਾਵੇ। ਜੰਮਿਆ ਜਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ ਜੋ ਮਾਰ ਮੁਕਾਵੇ। ਜੰਮਿਆ
ਜੰਮਿਆ ਜੋ ਮਾਰ ਮੁਕਾਵੇ ਜੀ ਜੰਮਿਆ ਜੋ ਮਾਰ ਮੁਕਾਵੇ ਜੰਮਿਆ ਜੋ ਮਾਰ ਮੁਕਾਵੇ ਜੰਮਿਆ ਜੋ ਮਾਰ ਮੁਕਾਵੇ ਜਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਕੌਮ ਹੈ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਕੀ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਜੰਮਿਆ ਜੋ ਮਾਰ ਮੁਕਾਵੇ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਕੌਮ ਹੈ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਧਰਤੀ ਸ਼ਹੀਦਾਂ ਦੀ ਜੰਮਿਆ ਜੋ ਮਾਰ ਮੁਕਾਵੇ ਕੌਮ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਇਹ ਧਰਤੀ ਸ਼ਹੀਦਾਂ ਦੀ ਕਿਹੜਾ ਜੰਮਿਆ ਜੋ ਮਾਰ ਮੁਕਾਵੇ ਪੂਰਾ ਸੋ ਪਹਿਚਾਨੀਐ ਜੋ ਨਰੈ ਦੀਨ ਕੇ ਦੇਖ ਪੁਰਜਾ ਪੁਰਜਾ ਕੱਟ ਮਰੈ ਕਾਬੂ ਨਾ ਛੱਡ ਖੇਤ ਪਰਮ ਸਤਿਕਾਰਯੋਗ ਗੁਰੂ ਦੀ ਸਾਜੀ ਤੇ ਨਿਵਾਜੀ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜਿਨੇ ਵੀ ਮਾਈ ਭਾਈ ਸਤਿਗੁਰੂ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਨੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਕੋਈ ਰਸਨਾ ਵਾਂਝੀ ਨਾ ਰਹੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਸੁਭਾਗ ਮਿਲਿਆ ਹੈ ਵੱਡ ਭਾਗੀ ਸਤ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ ਵੱਡੇ ਭਾਗਾ ਦੇ ਨਾਲ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸੋ ਆਪ ਜੀ ਦੇ ਵੱਡੇ ਭਾਗ ਨੇ ਜੋ ਗੁਰੂ ਚਰਨਾਂ ਵਿੱਚ ਚੱਲ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਅੱਜ ਅਸੀਂ ਸਾਰੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਜੁੜੇ ਹਾਂ ਕਿਉਂਕਿ ਸ਼ਹੀਦ ਸ਼ਬਦ ਬਹੁਤ ਪਾਕ ਪਵਿੱਤਰ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦੇ ਅਰਥ ਨੇ ਸੱਚ ਦੀ ਗਵਾਹੀ ਭਰਨ ਵਾਲਾ ਜਿਨੇ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰ ਦਿੱਤਾ ਗੁਰੂ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਗੁਰੂ ਦੇ ਗਿਆਨ ਨੂੰ ਸਮਝਦੇ ਕਿ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਵਾਲਾ ਹੀ ਸ਼ਹੀਦ ਹੁੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਸਰੀਰਕ ਮੌਤ ਤਾਂ ਜ਼ਰੂਰ ਮਰਦਾ ਹੈ
क्योंकि एक दिन शरीर ने जरूर मरना है। जग रचना सब जान लिहोरे मीत। इस संसार की जिन्नी भी रचना है सब खत्म होने वाली है। शरीर करके जिहड़ा आउंदा है उन्हें एक दिन शरीर करके जाना जरूर है। पर बाणी कहती शरीर दे मौत नूं मौत नहीं मनदी, गुरबाणी मरदी है कि जे तेरा अंदर मर गया तो सब कुछ मर गया। आखो सतनाम। तेरी अंदरों जमीर मर गई फिर जीवन का कोई फायदा नहीं। जे तेरे अंदर सच जिउंदा है, जे अंदर तेरे बाणी का सच है, इस बाणी ते राह ते तुरेगा फिर तेनों दुख बड़े झलने पैणगे। आखो सतनाम। क्योंकि गुरु नानक दे घर दा राह ही इत्थों शुरू हुंदा है। कबीर मोहे मरने का चाऊ है, मरो ता हर कै द्वार। पहला मरण कबूल, जीवन की छड़ आस। जीवन दी आस ना रखी कि मैं बहुत ज़्यादा जिंदगी जीव के जावेगा। सच दे राह ते तुरन लग्या, जिंदगी च समझौते नहीं कीते जाते, अपना आप कुर्बान करना पैंदा है। आखो सतनाम श्री वाहिगुरू। किसी ने बड़ा सोहना लिखिया, 100 वर्ष का जीना भी क्या जीना, अगर जिंदगी दे विच 2 वर्ष कुछ करके जिया। जरूरी नहीं कि असी अपनी जिंदगी विच 100 साल की उम्र भोग के जाइए। जे 100 साल की उम्र में कोई चंगा काम नहीं किया, समाज का भला नहीं किया, गुरु की सोच के अनुसार अपने जीवन को नहीं चलाया, तो माफ़ करना 100 की 2 साल जिंदगी जिउ के जावे कोई फायदा नहीं। पर जे 2 साल जिंदगी जिउ के जाइए, जिमें 7 ते 9 साल की उम्र में धन बाबा जोरावर सिंह, धन बाबा फतेह सिंह, उन्होंने जिंदगी जिउ के विखाई है सानू। जरूरी नहीं असी 100 साल की उम्र जीइए, पर जिंदगी जिन्नी भी मिले असी सतगुरु जी की बाणी दे लड़ लग के जीइए। आखो सतनाम श्री वाहिगुरू। कबीर मोहे मरने का चाऊ है, मरो ता हर कै द्वार। मत हर पूछे कौन है, परा हमारे पहला मरण कबूल। जीवन की छड़ आस, हो सबन की रेणका तो आओ हमारे। कबीर जिस मरने ते जग डरै, मेरे मन आनंद। मरने ही ते पूर्ण परमानंद। दुनिया मौत तो डरदी है, पर रब दे प्यारे जिहड़े बाणी नाल जुड़े ने वो मौत तो नहीं डरते। उन्होंने पता है कि मौत ने एक दिन जरूर आना है, पर जिंदगी विच कुछ करके जाते ने प्यारिओ। मरनो मूल ना डरदे जेड़े मौत दे परवाने। मरनो मूल ना डरदे जेड़े मौत दे परवाने। मरनो मूल ना डरदे जेड़े मौत दे दीवाने। हाँ मरनो मूल ना डरदे जेड़े मौत दे दीवाने ने। मरनो मूल ना डरदे जेड़े मौत दे दीवाने ने। मरनो मूल ना डरदे जेड़े मौत दे दीवाने। मरनो मूल ना डरदे जेड़े मौत दे दीवाने। मरनो मूल ना डरदे जेड़े मौत दे दीवाने। मरनो मूल ना डरदे जेड़े मौत दे दीवाने ने। मरनो मूल नहीं डरदे जेड़े मौत दे दीवाने। सारी बीबियां ना डरदे जेड़े मरनो मूल नहीं डरदे दी। मरनो मूल ना डरदे। मरनो मूल ना डरदे जेड़े मरनो मूल ना डरदे। मरनो मूल ना डरदे जेड़े
ਮੂਲ ਨਾ ਡਰਦੇ ਜਿਹੜੇ ਮਰਨੋਂ ਮੂਲ ਨਾ ਡਰਦੇ ਜਿਹੜੇ ਮਰਨੋਂ ਮੂਲ ਨਾ ਡਰਦੇ ਜਿਹੜੇ ਮਰਨੋਂ ਮੂਲ ਨਾ ਡਰਦੇ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਜੀ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਨੇ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਨੇ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਫਿਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਕਬੀਰ ਜਿਸ ਮਰਨੇ ਤੇ ਜਗ ਡਰੈ ਮੌਤ ਤੋਂ ਬੜੇ ਦੁਨੀਆ ਦੇ ਲੋਕੀ ਡਰਦੇ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦੇ ਨੇ ਜਿਹੜੇ ਗੁਰੂ ਦੀ ਸੋਚ ਤੇ ਪਹਿਰਾ ਦਿੰਦੇ ਆਪਣੀ ਜਿੰਦ ਜਾਨ ਲਾ ਦਿੰਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੁੜੇ ਹਾਂ ਜੇ ਅਸੀਂ ਉਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਬੜੇ ਕਾਰਨ ਨੇ ਛੋਟੇ ਛੋਟੇ ਕਾਰਨਾਂ ਦੇ ਨਾਲ ਇੱਕ ਵੱਡਾ ਕਾਰਨ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਗੁਰੂ ਨਾਨਕ ਦੀ ਸੋਚ ਹੈ ਉਹ ਵਿਚਾਰਧਾਰਾ ਜਿਹੜੀ ਸਾਨੂੰ ਨਿਰਮਲ ਬਣਾਉਂਦੀ ਹੈ ਨਿਆਰਾ ਬਣਾਉਂਦੀ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਮਾਰਿਆ ਸ਼ਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਸੋਚ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਲੈ ਕੇ ਆਏ ਜਿਹੜੀ ਸੋਚ ਬਾਬਰ ਨੂੰ ਜਾਬਰ ਕਹਿੰਦੀ ਹੈ ਕੂੜ ਫਿਰੈ ਵੇ ਪ੍ਰਧਾਨ ਵੇਲਾ ਇੱਥੇ ਬਾਬਰ ਵਰਗਿਆਂ ਨੂੰ ਜਾਬਰ ਕਹਿਣਾ ਉਸ ਸਮੇਂ ਦੀ ਹਕੂਮਤ ਨੂੰ ਇਹ ਗੁਰੂ ਨਾਨਕ ਹੈ ਉਹਦੀ ਝੂਠੀ ਸਰਕਾਰ ਨਾਲ ਹਮੇਸ਼ਾ ਲੱਗਦੀ ਰਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਸੱਚੀ ਸੋਚ ਲੈ ਕੇ ਆਏ ਜਿਹੜੀ ਕਹਿੰਦੀ ਸੀ ਅਵਲ ਅੱਲ੍ਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਦੇ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਪਰ ਮਾਫ ਕਰਨਾ ਕਿਤੇ ਅਸੀਂ ਉਹ ਸੋਚ ਸਾਡੇ ਅੰਦਰ ਆ ਗਈ ਕਿ ਨਹੀਂ ਆ ਗਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਅੰਦਰ ਸਾਰਿਆਂ ਨੂੰ ਇੱਕੋ ਰੂਪ ਦੱਸਿਆ ਇੱਕ ਓੰਕਾਰ ਅਸੀਂ ਉਸ ਪਰਮਾਤਮਾ ਦੇ ਸਾਰੇ ਰੂਪ ਹਾਂ ਤੇ ਸਾਡੇ ਸਾਰਿਆਂ ਦੇ ਅੰਦਰ ਉਸ ਰੱਬ ਦੀ ਜੋਤ ਵਰਤਦੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਪਰ ਅਸੀਂ ਉਹ ਗਿਆਨ ਗੁਰਬਾਣੀ ਦਾ ਲੈ ਹੀ ਨਹੀਂ ਸਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਤੋਂ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰਖਾਇਆ 4 ਦਰਵਾਜ਼ੇ ਰੱਖੇ ਕਿਸੇ ਵੀ ਮਜ਼ਹਬ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਦਿਸ਼ਾ ਤੋਂ ਆ ਕੇ ਦਰਬਾਰ ਸਾਹਿਬ ਵਿੱਚ ਨਮਸਕਾਰ ਕਰ ਸਕਦਾ ਹੈ ਪੰਗਤ ਵਿੱਚ ਬਹਿ ਕੇ ਲੰਗਰ ਛਕ ਸਕਦਾ ਹੈ ਪਰ ਮਾਫ ਕਰਨਾ ਅਸੀਂ ਅੱਜ ਜਾਤਾਂ ਦੇ ਨਾਂ ਤੇ ਗੁਰੂ ਨਹੀਂ ਵੰਡ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਲਏ ਜਿਸ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਜਾਤਾਂ ਦਾ ਵਿਰੋਧ ਕਰਦੇ ਰਹੇ ਤੇ ਅਸੀਂ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਲਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਡੇ ਅੰਦਰ ਤੇ ਉਹ ਸੋਚ ਹੀ ਨਹੀਂ ਆਈ ਪਿਆਰਿਓ
ਏਕ ਪਿਤਾ ਏਕਸ ਕੇ ਹਮ ਬਾਰਿਕ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕੋ ਬਾਟੇ ਦੇ ਅੰਦਰ ਖੰਡੇ ਬਾਟੇ ਦੀ ਪੌਲ ਛਕਾ ਕੇ ਸਾਰਿਆਂ ਨੂੰ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ। ਇਹ ਸਿਧਾਂਤ ਦਿੱਤਾ ਸੀ, ਪਰ ਅਸੀਂ ਉਹ ਸਿਧਾਂਤ ਨੂੰ ਕਿੱਥੇ ਅਪਣਾਇਆ ਪਿਆਰਿਓ। ਜੇ ਅਸੀਂ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹਾਦਤ ਦੇ ਸੰਬੰਧ ਵਿੱਚ ਜੁੜੇ ਹਾਂ, ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਸੱਚੇ ਸਿੱਖ ਬਣੀਏ। ਉਹਨਾਂ ਨੇ ਇਸ ਗੁਰਬਾਣੀ ਨੂੰ ਲਿਖਿਆ ਹੈ ਪਿਆਰਿਓ। ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ, ਪਰ ਬਾਣੀ ਵਿੱਚ ਮਿਲਾਵਟ ਨਹੀਂ ਕਰਨ ਦਿੱਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਇਹ ਬਾਣੀ ਆਪਣੇ ਹੱਥੀਂ ਲਿਖਾਈ ਸੀ ਪਿਆਰਿਓ। ਮਹਾਰਾਜ ਨੇ ਇਸ ਬਾਣੀ ਨੂੰ ਆਪਣੇ ਅੱਖਾਂ ਦੇ ਸਾਹਮਣੇ ਇੱਕ ਇੱਕ ਅੱਖਰ ਲਿਖਾਇਆ ਹੈ। ਭਾਈ ਗੁਰਦਾਸ ਜੀ ਨੇ ਇਹ ਸੇਵਾ ਕੀਤੀ ਲਿਖਾਰੀ ਦੀ, ਸਾਡੇ ਅੰਦਰ ਉਹ ਜੋਤ ਪ੍ਰਗਟ ਕੀਤੀ ਪਿਆਰਿਓ। ਇਸ ਕਰਕੇ ਅਸੀਂ ਇੱਕੋ ਪਿਤਾ ਦੇ ਸਾਰੇ ਪੁੱਤਰ ਹਾਂ। ਸਾਡੀ ਸੋਚ ਭਾਈਆਂ ਭਾਈਆਂ ਵਾਲੀ ਬਣ ਜਾਵੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ। ਸਾਡਾ ਇੱਕੋ ਪਿਤਾ ਹੈ ਗੁਰੂ ਗੋਬਿੰਦ ਸਿੰਘ ਜੀ। ਸਾਡੀ ਇੱਕੋ ਮਾਤਾ ਸਾਹਿਬ ਕੌਰ ਹੈ ਤੇ ਅਸੀਂ ਸਾਰੇ ਵਾਸੀ ਆਨੰਦਪੁਰ ਸਾਹਿਬ ਦੇ ਹਾਂ। ਮਾਣ ਨਾਲ ਕਹਿਆ ਪਿਆਰਿਓ, ਸਾਨੂੰ ਆਪਣੇ ਗੁਰੂ ਤੇ ਮਾਣ ਹੈ, ਪਰ ਅਸੀਂ ਵੱਡੀਆਂ ਵਿੱਚ ਪੈ ਕੇ ਆਪਣੇ ਗੁਰੂ ਨੂੰ ਵੱਖਰਾ ਨਾ ਕਰੀਏ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਰਹੀਏ ਸਾਰੇ ਜੀ ਭਾਈ ਭਾਈ ਜੀ, ਰਹੀਏ ਸਾਰੇ ਜੀ ਭਾਈ ਭਾਈ। ਹੋ ਰਹੀਏ ਸਾਰੇ ਜੀ ਅਸੀਂ ਭਾਈ ਬਣ ਕੇ। ਹੋ ਰਹੀਏ ਸਾਰੇ ਜੀ ਭਾਈ ਬਣ ਕੇ। ਕੀ ਰਹੀਏ ਸਾਰੇ ਜੀ ਭਾਈ ਬਣ ਕੇ। ਰਹੀਏ ਸਾਰੇ ਜੀ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਜੀ ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਜੀ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ।
ਏਕ ਸਕੇ ਹਮ ਵਾਰਿਕ। ਪਰ ਅਸੀਂ ਇਹ ਸੋਚਦੇ ਧਾਰਨੀ ਤਾਂ ਬਣ ਸਕਦੇ ਹਾਂ ਜਦੋਂ ਅਸੀਂ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਘਰ ਵਿੱਚ ਰਹਿਣ ਵਾਲਾ ਪ੍ਰਿਥੀ ਚੰਦ ਗੁਰੂ ਰਾਮਦਾਸ ਪਾਤਸ਼ਾਹ ਦੇ 3 ਪੁੱਤਰ ਸਨ। ਵੱਡੇ ਪ੍ਰਿਥੀ ਚੰਦ ਮਹਾਦੇਵ ਤੇ ਤੀਜੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਬਾਣੀ ਤੇ ਉਹਨੇ ਵੀ ਬੜੀ ਸੁਣੀ ਹੋਏਗੀ। ਗੁਰੂ ਘਰ ਦੀ ਸੇਵਾ ਬਹੁਤ ਕਰਦਾ ਸੀ ਪ੍ਰਿਥੀ ਚੰਦ, ਪਰ ਮਾਫ ਕਰਨਾ ਕਦੇ ਗੁਰੂ ਦੇ ਬਚਨ ਨੂੰ ਕਮਾਇਆ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿਨ੍ਹਾਂ ਨੇ ਕਮਾਇਆ, ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕਹਿਣੇ ਵਿੱਚ ਰਹਿ ਕੇ ਸੇਵਾ ਕੀਤੀ ਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਵੀ ਨਿਮਰਤਾ ਦੇ ਨਾਲ ਸਿਮਲ ਰੁਕ ਸਰਾਇਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਫੁੱਲ ਫੀਕੇ ਫਲ ਬੱਕ ਬੱਕੇ ਕੰਮ ਨਾ ਆਵੇ ਤਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਇੱਥੇ ਤੇ ਨੀਵਿਆਂ ਨੂੰ ਫਲ ਲੱਗਦੇ ਨੇ ਪਿਆਰਿਓ। ਜਿਹੜਾ ਨਿਮਰਤਾ ਵਿੱਚ ਗੁਰੂ ਘਰ ਸੇਵਾ ਕਰਦਾ ਤੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਿਥੀ ਚੰਦ ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਵੱਧ ਚੜ ਕੇ ਸੇਵਾ ਕਰਦਾ ਸੀ, ਪਰ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਨਹੀਂ ਲੈ ਸਕਿਆ, ਕਿਉਂਕਿ ਅੰਦਰ ਨਿਮਰਤਾ, ਅੰਦਰ ਈਰਖਾ ਸੀ। ਉਹ ਗੁਰੂ ਨਾਨਕ ਦੀ ਸੋਚ ਨੂੰ ਅਪਣਾ ਹੀ ਨਹੀਂ ਸਕਿਆ। ਆਖੋ ਸਤਨਾਮ। ਗੁਰੂ ਅਰਜਨ ਦੇਵ ਪਾਤਸ਼ਾਹ ਨਾਲ ਇੰਨੀ ਈਰਖਾ ਕਰਦਾ ਸੀ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਿਆਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਖਸ਼ ਦਿੱਤੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਬੜੀ ਈਰਖਾ ਕਰਦਾ ਸੀ ਤੇ ਇੱਥੋਂ ਤੱਕ ਕਿ ਇਹਨੇ ਜਿਹੜਾ ਇਹਦਾ ਪੁੱਤਰ ਮਿਹਰਬਾਨ ਸੀ, ਉਹਨੇ ਬਾਣੀ ਵੀ ਉਚਾਰਨ ਕਰ ਦਿੱਤੀ। ਉਹਨੇ ਆਪਣੀ ਬਾਣੀ ਉਚਾਰਨ ਕਰਕੇ ਆਖ ਦਿੱਤਾ ਕਿ ਅਸੀਂ ਵੀ ਬਾਣੀ ਉਚਾਰਨਦੇ ਹਾਂ, ਅਸੀਂ ਵੀ ਗੁਰੂ ਹਾਂ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਇਹੋ ਜੀ ਹੈ ਜਿਹਨੂੰ ਪੜ੍ਹ ਕੇ ਸੁਣ ਕੇ ਸਾਡਾ ਜੀਵਨ ਬਦਲ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਬਾਣੀ ਤੋਂ ਸਿੱਖਿਆ ਲੈਣੀ ਹੈ ਪਿਆਰਿਓ। ਬਾਣੀ ਗੁਰੂ ਹੈ ਬਾਣੀ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਅਸੀਂ ਬਾਣੀ ਤੋਂ ਜੀਵਨ ਸਿੱਖਣਾ ਪਿਆਰਿਓ, ਤੇ ਸਾਨੂੰ ਬਾਣੀ ਜੀਵਨ ਜਾਂਚ ਸਿਖਾਉਂਦੀ ਹੈ। ਇਸ ਬਾਣੀ ਤੋਂ ਸਿੱਖ ਕੇ ਅਸੀਂ ਬੰਦ ਕਟਾਉਣਾ ਸਿੱਖ ਲਿਆ, ਚਰਖੜੀਆਂ ਤੇ ਚੜ੍ਹਨਾ ਸਿੱਖ ਲਿਆ, ਆਪਣਾ ਆਪ ਕੁਰਬਾਨ ਕਰਨਾ ਸਿੱਖ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਜਾਂਚਾਂ ਸਿੱਖ ਲੈ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਜਾਂਚਾਂ ਸਿੱਖ ਲੈ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀ ਸਿੱਖ ਲੈ ਜਾਂਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਚਾਂ। ਸਤਿਗੁਰ ਦੀ ਸਿੱਖ ਲੈ ਜਾਂਚਾਂ।
ਸਿੱਖ ਲੈ ਜਾਂਦਾ, ਓਏ ਜਿਉਣ ਦੀਆਂ ਸਿੱਖ ਲੈ ਜਾਂਦਾ। ਜੀਵਨ ਦੀਆਂ ਸਿੱਖ ਲੈ ਜਾਂਦਾ, ਜਿਉਣ ਦੀਆਂ ਸਿੱਖ ਲੈ ਜਾਂਦਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਦਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਦਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਦਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਂਦਾ। ਸਤਿਗੁਰ ਦੀ ਬਾਣੀ ਤੋਂ ਜੀਵਨ ਸਿੱਖ ਲੈ ਜਾਂਦਾ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀ ਸਿੱਖ ਲੈ ਜਾਂਦਾ। ਇਸ ਕਰਕੇ ਬਾਣੀ ਤੋਂ ਜੀਵਨ ਦੀ ਜਾਂਚ ਸਿੱਖੀਏ। ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਬਾਣੀ ਵਿੱਚ ਮਿਲਾਵਟ ਨਹੀਂ ਕੀਤੀ, ਮੁਹੰਮਦ ਸਾਹਿਬ ਜੀ ਦੀ ਸਿਫਤ ਸਲਾਹ ਨਹੀਂ ਲਿਖੀ, ਉਹਨਾਂ ਨੇ ਮਿਲਾਵਟ ਨਹੀਂ ਕੀਤੀ, ਤੇ ਆਪਣੇ ਸੋਚ ਵਿੱਚ ਵੀ ਗੁਰੂ ਨਾਨਕ ਦੀ ਸੋਚ ਤੋਂ ਬਿਨਾਂ ਕਿਸੇ ਦੀ ਸੋਚ ਨਾ ਆਉਣ ਦਈਏ। ਆਖੋ ਸਤਨਾਮ। ਉਹ ਸੋਚ ਲੈ ਕੇ ਚੱਲੀਏ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਾਣੀ ਵਿੱਚ ਦਿੱਤੀ ਹੈ। 1430 ਅੰਗ ਇਹ ਬਾਣੀ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ। ਪਿਆਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਈਰਖਾ ਇੰਨੀ ਕੀਤੀ, ਤੇ ਜਦੋਂ ਇਹਨੂੰ ਕੋਈ ਮੌਕਾ ਨਹੀਂ ਲੱਭਿਆ, ਪ੍ਰੀਤੀ ਚੰਦ ਨੂੰ ਮੌਕੇ ਬਹੁਤ ਵੇਖਦਾ ਸੀ ਕਿ ਕਦੋਂ ਕੋਈ ਮੌਕਾ ਮਿਲੇ ਕਿ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਦਨਾਮ ਕਰ ਸਕਾਂ। ਤੇ ਕਈ ਕਾਰਨ ਬਣਦੇ ਆ। ਇੱਕ ਕਾਰਨ ਸੀ ਚੰਦੂ ਦੀ ਧੀ ਦਾ ਰਿਸ਼ਤਾ। ਚੰਦੂ ਦੀ ਧੀ ਦਾ ਰਿਸ਼ਤਾ ਕਰਨ ਦੇ ਲਈ ਬ੍ਰਾਹਮਣ ਗਏ, ਤੇ ਜਦੋਂ ਇਹਨਾਂ ਨੇ ਜਾ ਕੇ ਵੇਖਿਆ, ਦਰਬਾਰ ਸਾਹਿਬ ਦੀ ਠਾਠ ਬਾਠ ਵੇਖੀ, ਚੜ੍ਹਦੀ ਕਲਾ ਵੇਖੀ, ਤੇ ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਪੁੱਤਰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਕਰ ਦਿੱਤਾ। ਤੇ ਜਾ ਕੇ ਚੰਦੂ ਨੂੰ ਦੱਸਿਆ ਗਿਆ, ਤਿਆਰੀ ਕੀਤੀ ਗਈ, ਤੇ ਦੱਸਿਆ ਚੰਦੂ ਨੂੰ ਕਿ ਅਸੀਂ ਤੁਹਾਡੀ ਧੀ ਦਾ ਰਿਸ਼ਤਾ ਲੱਭ ਲਿਆ ਹੈ। ਤੇ ਚੰਦੂ ਨੇ ਪੁੱਛਿਆ ਕਿੱਥੇ ਰਿਸ਼ਤਾ ਕੀਤਾ ਹੈ, ਕਿਹੜਾ ਖਾਨਦਾਨ ਹੈ। ਤੇ ਉਸ ਸਮੇਂ ਬ੍ਰਾਹਮਣਾਂ ਨੇ ਆਖਿਆ ਸੀ, ਜਿਹੜੇ ਰਿਸ਼ਤਾ ਵੇਖਣ ਗਏ ਸੀ, ਕਿ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਤੁਹਾਡੀ ਧੀ ਦਾ ਰਿਸ਼ਤਾ ਕਰ ਦਿੱਤਾ ਹੈ। ਤੇ ਉਸ ਸਮੇਂ ਹੰਕਾਰ ਵਿੱਚ ਜਿਹੜੇ ਚੰਦੂ ਨੇ ਬੋਲੇ ਸਨ, ਤੇ ਆਖਿਆ ਸੀ, ਕਹਿੰਦੇ ਚਵਾਰੇ ਦੀ ਇੱਟ ਮੋਰੀ ਨੂੰ ਆ ਲਾ ਦਿੱਤੀ। ਆਖੋ ਸਤਨਾਮ। ਆਪਣੇ ਆਪ ਨੂੰ ਉੱਚਾ ਚੁਬਾਰਾ ਦੱਸਦਾ, ਹੰਕਾਰ ਵਿੱਚ ਬੋਲਦਾ ਹੈ, ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ। ਤੇ ਇਸੇ ਹੰਕਾਰ ਕਰਕੇ ਗੁਰੂ ਨੇ ਸੰਗਤ ਨੇ ਵੇਖਿਆ ਕਿ ਗੁਰੂ ਘਰ ਦੀ ਨਰਾਦਰੀ ਕਰਦਾ, ਤੇ ਸੰਗਤ ਨੇ ਚਿੱਠੀ ਲਿਖ ਦਿੱਤੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਕਿ ਇਸ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਇਹ ਆਪਣੇ ਆਪ ਨੂੰ ਚਵਾਰਾ ਦੱਸਦਾ ਤੇ ਗੁਰੂ ਘਰ ਨੂੰ ਮੋਹਰੀ ਦੱਸਦਾ ਹੈ। ਤੇ ਮਹਾਰਾਜ ਨੇ ਜਦੋਂ ਚਿੱਠੀ ਪੜ੍ਹੀ ਤੇ ਸੰਗਤ ਦਾ ਹੁਕਮ ਮੰਨਿਆ, ਤੇ ਚੰਦੂ ਦੀ ਧੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇਹਨੇ ਬੇਇੱਜ਼ਤੀ ਸਮਝੀ ਤੇ ਈਰਖਾ ਦੇ ਵਿੱਚ ਆ ਗਿਆ, ਤੇ ਆਪਣੀ ਧੀ ਦੀ ਰਿਸ਼ਤਾ ਠੁਕਰਾਨ ਕਰਕੇ ਇਹਦੇ ਅੰਦਰ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ। ਤੇ ਉਧਰ ਪ੍ਰਿਥੀ ਚੰਦ ਬੜਾ ਖੁਸ਼ ਹੁੰਦਾ ਹੈ, ਤੇ ਜਾ ਕੇ ਦਿੱਲੀ ਚੰਦੂ ਨੂੰ ਮਿਲਦਾ ਹੈ। ਤੇ ਉਸ ਸਮੇਂ ਫਿਰ ਜਿਹੜਾ ਜਹਾਂਗੀਰ ਸੀ ਉਹ ਗਿਆ ਹੋਇਆ ਸੀ ਦੱਖਣ ਵੱਲ, ਤੇ ਇਹਨੂੰ ਮੌਕਾ ਮਿਲ ਗਿਆ। ਤੇ ਉਸ ਸਮੇਂ ਸੁਲਹੀ ਖਾਂ ਸੀ, ਤੇ ਉਹਦਾ ਭਤੀਜਾ ਸੀ ਸੁਲੱਭੀ ਖਾਂ। ਗੁਰੂ ਘਰ ਦੇ ਵਿਰੁੱਧ ਇਹਨੇ ਇੰਨਾ ਜਾ ਕੇ ਕੂੜ ਪ੍ਰਚਾਰ ਕੀਤਾ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿਰੁੱਧ ਭੜਕਾ ਦਿੱਤਾ। ਤੇ ਸੁਲਹੀ ਖਾਂ ਨੇ ਆਪਣਾ ਭਤੀਜਾ ਸੁਲੱਭੀ ਖਾਂ ਚੜਾ ਦਿੱਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉੱਤੇ। ਤੇ ਪ੍ਰੀਤੀ ਚੰਦ ਬੜਾ ਖੁਸ਼ ਹੁੰਦਾ ਕਿ ਹੁਣ ਮੈਨੂੰ ਗੁਰੂ ਘਰ ਦੀ ਵਡਿਆਈ ਮਿਲੂਗੀ।
ਅੰਦਰ ਬੜਾ ਖੁਸ਼ ਹੁੰਦਾ ਹੈ। ਤੇ ਜਦੋਂ ਸੁਲੱਭੀ ਖਾਂ ਮਹਾਰਾਜ ਤੇ ਚੜ ਕੇ ਜਾ ਰਿਹਾ ਤੇ ਸੰਗਤਾਂ ਮਹਾਰਾਜ ਨੂੰ ਬੇਨਤੀ ਕਰਦੀਆਂ ਨੇ, ਮਹਾਰਾਜ ਸੁਲੱਭੀ ਖਾਂ ਚੜ ਕੇ ਆ ਰਿਹਾ, ਕੁਛ ਕਰੋ। ਤੇ ਉਸ ਸਮੇਂ ਮਹਾਰਾਜ ਨੇ ਬਾਣੀ ਵਿੱਚ ਵੀ ਸ਼ਬਦ ਉਚਾਰਨ ਕੀਤਾ, ਪ੍ਰਥਮੇ ਮਹਾਰਾਜ ਕਹਿੰਦੇ ਕੋਈ ਪੱਤਰ ਲਿਖੋ, ਕੋਈ ਉਪਾਅ ਕਰੋ। ਪਰ ਮਹਾਰਾਜ ਨੂੰ ਤਾਂ ਬਾਣੀ ਤੇ ਭਰੋਸਾ ਸੀ, ਪ੍ਰਮਾਤਮਾ ਤੇ ਭਰੋਸਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ RAM ਕਰ ਦੁੱਖ ਲੱਗੈ ਨਾ ਭਾਈ। ਤੇ ਉਸ ਸਮੇਂ ਜਦੋਂ ਸੁਲੱਭੀ ਖਾਂ ਮਹਾਰਾਜ ਤੇ ਚੜ ਕੇ ਜਾ ਰਿਹਾ, ਰਸਤੇ ਵਿੱਚ ਇਹਨਾਂ ਨੇ ਕਿਸੇ ਕੋਲੋਂ ਟੈਕਸ ਲੈਣਾ ਸੀ, ਪੈਸਾ ਲੈਣਾ ਸੀ। ਤੇ ਸੁਲੱਭੀ ਖਾਂ ਨੇ ਉਹਨੂੰ ਮਾੜੇ ਸ਼ਬਦ ਮੰਦੇ ਬੋਲ ਬੋਲੇ। ਤੇ ਜਦੋਂ ਗੁੱਸੇ ਵਿੱਚ ਆ ਕਰਕੇ ਸੁਲੱਭੀ ਖਾਂ ਦਾ ਸਿਰ ਧਰਨ ਨਾਲੋਂ ਜੁਦਾ ਕਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਪ ਕੋ ਮਾਰਨ ਲਈ ਪਾਪ ਬਲੀ ਹੈ। ਤੇ ਉਹਦੇ ਪਾਪਾਂ ਦਾ ਕੜਾ ਭੰਨਿਆ ਗਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖਾਂ ਨੇ ਖੁਸ਼ੀ ਮਨਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਈ ਤੇ ਬਾਣੀ ਕਹਿੰਦੀ ਹੈ ਪਿਆਰਿਓ, ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ ਜੀ। ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ। ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ ਜੀ। ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ। ਪਰਮਾਤਮਾ ਰਾਖਾ ਹੈ ਪਰਮਾਤਮਾ, ਰਾਖਾ ਹੈ ਪਰਮਾਤਮਾ। ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ ਜੀ। ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਰਾਖਾ ਹੈ ਪਰਮਾਤਮਾ। ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ, ਉਹਨੂੰ ਕਿਹੜਾ ਮਾਰੇ ਜਿਹਦਾ ਰਾਖਾ ਹੈ ਪਰਮਾਤਮਾ। ਤੇ ਉਸ ਸਮੇਂ ਸੁਲੱਭੀ ਖਾਂ ਦੀ ਮੌਤ ਹੋ ਗਈ। ਤੇ ਪ੍ਰੀਥੀ ਚੰਦ ਨੇ ਫੇਰ ਜਾ ਕੇ ਸੁਲਹੀ ਖਾਂ ਦੇ ਕੰਨ ਭਰ ਦਿੱਤੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੇ ਧਾੜ ਵੀ ਰੱਖੇ ਨੇ, ਤੇਰੇ ਭਤੀਜੇ ਦੀ ਮੌਤ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਰਵਾਈ ਹੈ। ਆਖੋ ਸਤਨਾਮ। ਆਪਣੇ ਭਤੀਜੇ ਦੀ ਮੌਤ ਦਾ ਬਦਲਾ ਲੈਣ ਲਈ ਫਿਰ ਸੁਲਹੀ ਖਾਂ ਚੜ ਕੇ ਜਾਂਦਾ ਹੈ। ਤੇ ਜਦੋਂ ਸੰਗਤਾਂ ਨੇ ਫੇਰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਫਿਕਰ ਨਾ ਕਰੋ। ਤੇ ਉਸ ਸਮੇਂ ਮਹਾਰਾਜ ਨੇ ਫੇਰ ਅਰਦਾਸ ਕੀਤੀ ਉਹਨਾਂ ਪ੍ਰਮਾਤਮਾ ਅੱਗੇ। ਤੇ ਜਦੋਂ ਸੁਲਹੀ ਖਾਂ ਚੜ ਕੇ ਆਇਆ ਤੇ ਰਸਤੇ ਦੇ ਵਿੱਚ ਕੇਹਰ ਪਿੰਡ ਦੇ ਅੰਦਰ ਰੁਕਿਆ ਪ੍ਰੀਥੀ ਚੰਦ ਦੇ ਕੋਲ। ਤੇ ਜਦੋਂ ਸ਼ਾਮ ਨੂੰ ਗਏ ਨਾ ਘੁੰਮਣ ਵਾਸਤੇ, ਤੇ ਉੱਥੇ ਇੱਟਾਂ ਦਾ ਭੱਠਾ ਸੀ ਤੇ ਅੱਗ ਬਲਦੀ ਸੀ। ਤੇ ਸੁਲਹੀ ਖਾਂ ਨੇ ਕੀ ਕੀਤਾ, ਉਸ ਸਮੇਂ ਉਹਦੇ ਘੋੜੇ ਤੇ ਸਵਾਰ ਸੀ ਤੇ ਘੋੜੇ ਸਮਾਨ ਹੀ ਕਹਿੰਦੇ ਉਸ ਅੱਗ ਦੇ ਵਿੱਚ ਜਲ ਕੇ ਰਾਖ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤੇ ਦੇਖੋ ਜਿਹੜਾ ਵੀ ਗੁਰੂ ਘਰ ਤੇ ਚੜ ਕੇ ਆਉਂਦਾ ਪਿਆਰਿਓ, ਤੇ ਕਹਿੰਦੇ ਮਹਾਰਾਜ ਕਹਿੰਦੇ ਜਿਹੋ ਜੀ ਬਿਰਤੀ ਭਾਵਨਾ ਲੈ ਕੇ ਗੁਰੂ ਘਰ ਜਾਵੇਗਾ ਤੇ ਫਲ ਵੀ ਹੋਇਆ ਜਾਂ ਮਿਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਜੇ ਉਹਨੇ ਇਹੋ ਜਿਹਾ ਬੀਜ ਬੀਜਿਆ, ਭਾਵੇਂ ਪ੍ਰੀਥੀ ਚੰਦ ਉਹਦੇ ਕੰਨ ਭਰਦਾ ਸੀ, ਭਾਵੇਂ ਸੁਲੱਭੀ ਖਾ ਸੀ, ਭਾਵੇਂ ਸੁਲਹੀ ਖਾ ਸੀ, ਭਾਵੇਂ 1984 ਦੇ ਵਿੱਚ ਉਸ ਸਮੇਂ ਸਰਕਾਰਾਂ ਸ਼੍ਰੀ ਦਰਬਾਰ ਸਾਹਿਬ ਚੜ ਕੇ ਆਈਆਂ, ਹਮਲਾ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੇਰੀ ਕੀਤਾ ਗਿਆ, ਗੁਰੂ ਗ੍ਰੰਥ ਸਾਹਿਬ ਜੀ ਤੇ ਗੋਲੀਆਂ ਚਲਾਈਆਂ ਗਈਆਂ, ਗੁਰੂ ਦੇ ਕੀਰਤਨੀਆਂ ਤੇ ਗੋਲੀਆਂ ਚੱਲੀਆਂ, ਗੁਰੂ ਕੇ ਵਜ਼ੀਰਾਂ ਤੇ ਗ੍ਰੰਥੀਆਂ ਤੇ ਗੋਲੀਆਂ, ਗੁਰੂ ਦੀਆਂ ਸੰਗਤਾਂ ਦੇ ਗੋਲੀਆਂ ਚੱਲੀਆਂ। ਅੱਜ ਵਾਲਾ ਦਿਹਾੜਾ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਦਾ ਦਿਨ ਸੀ ਪਿਆਰਿਓ। ਤੇ ਉਹ ਅੱਜ ਵੇਖੋ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਦੁਨੀਆ ਦੇ ਵਿੱਚ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਤੇ ਚੜ ਕੇ ਜ਼ਰੂਰ ਆਏ ਸੀ, ਪਰ ਜਿਹੋ ਜੀ ਭਾਵਨਾ ਲੈ ਕੇ ਆਏ ਸੀ, ਫਿਰ ਉਹਿਆ ਜਿਹਾ ਉਹਨਾਂ ਨੂੰ ਫਲ ਮਿਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਘਰ ਨਾਲ ਵਿਰੋਧਤਾ ਸ਼ੁਰੂ ਤੇ ਹੁੰਦੀ ਆਈ ਹੈ ਪਿਆਰਿਓ, ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਸਨ, ਭਾਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ। ਜੇ ਬਾਬਰ ਨੂੰ ਜਾਬਰ ਕਿਹਾ ਤੇ ਹਮਾਊ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਮੇਂ ਸੀ, ਤੇ ਉਹ ਵੀ ਆਇਆ ਸੀ ਚੜ ਕੇ, ਹੱਥ ਵਿੱਚ ਤਲਵਾਰ ਜਦੋਂ ਕੱਢਣ ਲੱਗਿਆ ਤੇ ਮਹਾਰਾਜ ਨੇ ਬਚਨ ਕਰਤਾ ਸੀ। ਤੇ ਇਸ ਕਰਕੇ ਜਿਹੜਾ ਵੀ ਗੁਰੂ ਘਰ ਵਿੱਚ ਚੜ ਕੇ ਆਂਦਾ, ਕਿਉਂਕਿ ਅਕਬਰ ਬਾਦਸ਼ਾਹ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਪਰ ਉਹਦਾ ਜਿਹੜਾ ਪੁੱਤਰ ਜਹਾਂਗੀਰ ਸੀ ਉਹ ਬੜਾ ਕੱਟੜ ਧਰਮੀ ਸੀ, ਤੇ ਉਹ ਨਹੀਂ ਚਾਹੁੰਦਾ ਸੀ ਕਿ ਇੱਥੇ ਇਸਲਾਮ ਧਰਮ ਤੋਂ ਇਲਾਵਾ ਕੋਈ ਹੋਰ ਧਰਮ ਪੈਦਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਅੰਦਰ ਕੱਟੜਤਾ ਇੰਨੀ ਸੀ ਪਿਆਰਿਓ। ਜਿਹੜਾ ਅਹਿਮਦੀਆ ਸਰਹੰਦੀ ਸੀ ਨਾ, ਆਪਣੇ ਸਰਹੰਦ ਜੀ ਦੀ ਉੱਥੇ ਜਗ੍ਹਾ ਬਣੀ ਹੈ, ਤੇ ਉਹ ਅਹਿਮਦੀਆ ਸਰਹੰਦੀ ਜਿਹੜਾ ਸੀ ਨਾ, ਉਹ ਨਕਸ਼ਬੰਦੀ ਦੇ ਨਾਲ ਸੰਬੰਧ ਰੱਖਦਾ ਸੀ, ਤੇ ਨਕਸ਼ਬੰਦੀ ਜਿਹੜੀ ਸੀ ਉਹ ਬੜੀ ਕੱਟੜ ਸੀ। ਉਹ ਨਹੀਂ ਚਾਹੁੰਦੇ ਸੀ ਕਿ ਕੋਈ ਹੋਰ ਇੱਥੇ ਪੈਦਾ ਹੋਵੇ, ਤੇ ਉਹ ਗੁਰੂ ਘਰ ਦਾ ਬਹੁਤ ਵੱਡਾ ਵਿਰੋਧੀ ਸੀ। ਤੇ ਜਹਾਂਗੀਰ ਦੇ ਅੰਦਰ ਐਸੀ ਕੱਟੜਤਾ ਪੈਦਾ ਹੋਈ ਸੀ, ਤੁਝ ਕੇ ਜਹਾਂਗੀਰ ਆਪਣੀ ਜੀਵਨੀ ਦੇ ਵਿੱਚ ਜਹਾਂਗੀਰ ਲਿਖਦਾ ਹੈ ਕਿ ਰਾਵੀ ਦਰਿਆ ਦੇ ਕੰਢੇ ਦੇ ਉੱਤੇ, ਬਿਆਸ ਦਰਿਆ ਦੇ ਕੰਢੇ ਦੇ ਉੱਤੇ ਗੁਰੂ ਅਰਜਨ ਨਾਮੀ ਇੱਕ ਸਿੱਖ ਰਹਿੰਦਾ ਹੈ, ਜਿਹਨੇ ਇੱਕ ਦੁਕਾਨ ਪਾਈ ਹੈ ਤੇ ਇੱਥੇ ਲੋਕੀ ਇਕੱਠੇ ਹੁੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਡੇ ਨਫ਼ਰਤਾ ਭਰੇ ਬਚਨ ਜਹਾਂਗੀਰ ਆਪਣੀ ਸਵੈ ਜੀਵਨੀ ਅੰਦਰ ਲਿਖਦਾ ਹੈ। ਗੁਰੂ ਨਾਨਕ ਦੀ ਸੋਚ ਨਾਲ ਇੰਨੀ ਨਫ਼ਰਤ ਕਰਦਾ ਹੈ ਪਿਆਰਿਓ, ਪਰ ਸੱਚ ਦੱਸਿਓ ਗੁਰੂ ਨਾਨਕ ਦੀ ਸੋਚ ਨਫ਼ਰਤ ਨਹੀਂ ਪੈਦਾ ਕਰਦੀ, ਪਿਆਰ ਪੈਦਾ ਕਰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਪਿਆਰ ਕਰਨ ਦਾ ਸੁਭਾਅ ਦਿੰਦੀ ਹੈ ਬਾਣੀ। ਬਾਣੀ ਸਾਨੂੰ ਜੋੜਦੀ ਹੈ ਪਿਆਰਿਓ, ਕਰਮ ਕਾਂਡਾਂ ਤੋਂ ਦੂਰ ਕਰਦੀ ਹੈ, ਜਾਤ ਪਾਤ ਤੋਂ ਦੂਰ ਕਰਦੀ ਹੈ, ਸਾਨੂੰ ਪਿਆਰ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹੈ ਬਾਣੀ ਪਿਆਰਿਓ। ਤੇ ਹੁਣ ਇਹ ਇੰਨਾ ਵਿਰੋਧੀ ਹੈ ਗੁਰੂ ਘਰ ਦਾ, ਕਿਉਂਕਿ ਅਕਬਰ ਆਪਣੇ ਪੁੱਤਰ ਨੂੰ ਲਾਇਕ ਨਹੀਂ ਸਮਝਦਾ ਸੀ। ਆਪਣੇ ਪੋਤਰੇ ਖੁਸਰੋ ਨੂੰ ਉਹ ਆਪਣੀ ਗੱਦੀ ਦਾ ਵਾਰਸ ਬਣਾਉਣਾ ਚਾਹੁੰਦਾ ਸੀ, ਪਰ ਜਹਾਂਗੀਰ ਨੇ ਅਕਬਰ ਦੇ ਮਰਨ ਤੋਂ ਬਾਅਦ ਆਪਣੀ ਤਾਕਤ ਦੇ ਨਾਲ ਅਕਬਰ ਤੋਂ ਬਾਅਦ ਉਹ ਬਾਦਸ਼ਾਹ ਬਣ ਗਿਆ। ਆਖੋ ਸਤਨਾਮ। ਤੇ ਉਹ ਇਸ ਪਾਵਰ ਦੇ ਨਾਲ ਗੁਰੂ ਨਾਨਕ ਦੀ ਸੋਚ ਨੂੰ ਖਤਮ ਕਰਨਾ ਚਾਹੁੰਦਾ ਸੀ। ਉਹਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਨਾਨਕ ਦੀ ਸੋਚ ਕਿੱਡੀ ਵੱਡੀ ਹੈ। ਇੱਥੇ ਸਰੀਰ ਤਾਂ ਖਤਮ ਹੋ ਸਕਦੇ ਨੇ, ਪਰ ਉਹ ਸੋਚ ਕਦੇ ਖਤਮ ਨਹੀਂ ਹੋ ਸਕਦੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਸ ਖੋਜ ਨੂੰ ਖਤਮ ਕਰਨ ਦੇ ਲਈ ਬੜੇ ਯਤਨ ਕੀਤੇ ਗਏ।
ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਖੁਸਰੋ ਉਹਨੇ ਬਗਾਵਤ ਕਰ ਦਿੱਤੀ ਕਿ ਮੈਂ ਹੱਕਦਾਰ ਸੀ ਇਸ ਬਾਦਸ਼ਾਹ ਦੀ ਗੱਦੀ ਦਾ, ਪਰ ਉਸ ਖੁਸਰੋ ਨੇ ਬਗਾਵਤ ਜ਼ਰੂਰ ਕੀਤੀ ਪਰ ਉਹਦੀ ਕਿਤੇ ਨਾ ਚੱਲੀ ਤੇ ਜਹਾਂਗੀਰ ਨੇ ਉਹਨੂੰ ਆਗਰੇ ਦੀ ਜੇਲ੍ਹ ਵਿੱਚ ਕੈਦ ਕੀਤਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਣੇ ਪੁੱਤਰ ਨੂੰ ਕੈਦ ਕਰ ਦਿੱਤਾ ਤੇ ਉਸ ਤੋਂ ਬਾਅਦ ਗੁਰੂ ਘਰ ਦੇ ਨਾਲ ਬੜੀ ਨਫ਼ਰਤ ਕਰਦਾ ਹੈ ਜਹਾਂਗੀਰ। ਤੇ ਕੋਈ ਮੌਕਾ ਲੱਭਦਾ ਕਿ ਕੋਈ ਮੌਕਾ ਮਿਲ ਜਾਵੇ ਤੇ ਇਸ ਦੁਕਾਨ ਨੂੰ ਬੰਦ ਕੀਤਾ ਜਾਵੇ। ਤੇ ਉਸ ਸਮੇਂ ਜਦੋਂ ਖੁਸਰੋ ਨੂੰ 3 ਮਹੀਨੇ ਆਗਰੇ ਦੀ ਜੇਲ੍ਹ ਵਿੱਚ ਬੰਦ ਕੀਤਾ ਤੇ ਉੱਥੋਂ ਉਹ ਭੱਜ ਗਿਆ। ਬਚ ਕੇ ਜਦੋਂ ਨਿਕਲਿਆ ਤੇ ਜਿੱਥੇ ਜਿੱਥੇ ਵੀ ਉਹਨੂੰ ਪਨਾਹ ਦੇਣ ਵਾਲੇ ਸੀ ਤੇ ਜਹਾਂਗੀਰ ਨੇ ਆਪਣੀ ਕੱਟੜਤਾ ਦੇ ਨਾਲ, ਆਪਣੀ ਪਾਵਰ ਦੇ ਨਾਲ ਉਹਨਾਂ ਲੋਕਾਂ ਨੂੰ ਮਰਾ ਦਿੱਤਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਵੀ ਖੁਸਰੋ ਨੇ ਪਨਾਹ ਦਿੱਤੀ ਸੀ ਤੇ ਜਿੱਥੇ ਵੀ ਖੁਸਰੋ ਜਾਂਦਾ ਸੀ ਤੇ ਉੱਥੋਂ ਦੇ ਲੋਕੀ ਡਰਦੇ ਸੀ ਕਿ ਅਸੀਂ ਮਾਰੇ ਨਾ ਜਾਈਏ। ਤੇ ਜਦੋਂ ਇਹ ਗੁਰੂ ਨਾਨਕ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦਾ, ਕਈ ਲਿਖਤਾਂ ਵਿੱਚ ਲਿਖਿਆ ਕਿ ਇਹ ਪਹੁੰਚਿਆ ਸੀ ਤੇ ਕਿਤੇ ਲਿਖਿਆ ਜਾਂਦਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਹੀਂ ਗਿਆ। ਫਿਰ ਉਸ ਸਮੇਂ ਫਿਰ ਬੜਾ ਗੁਰੂ ਨਾਨਕ ਦੀ ਸੋਚ ਨਾਲ ਇੰਨੀ ਘਿਰਣਾ ਕੀਤੀ ਜਾਂਦੀ ਹੈ ਜਹਾਂਗੀਰ ਵੱਲੋਂ। ਜਹਾਂਗੀਰ ਸੋਚਦਾ ਕੋਈ ਮੌਕਾ ਮਿਲੇ ਤੇ ਉਸ ਸਮੇਂ ਗੁਰੂ ਘਰ ਦੇ ਵਿਰੋਧੀਆਂ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਖੁਸਰੋ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ 1 ਲੱਖ ਰੁਪਇਆ ਨਗਦ ਰਾਸ਼ੀ ਦਿੱਤੀ ਤੇ ਆਪਣੇ ਗੁਰੂ ਘਰ ਵਿੱਚ ਪਨਾਹ ਦਿੱਤੀ। ਆਖੋ ਸਤਨਾਮ। ਤੇ ਉਸ ਤੋਂ ਬਾਅਦ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਬੁਲਾਇਆ ਗਿਆ ਤੇ ਲਾਹੌਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾਣ ਲੱਗੇ ਤੇ ਰੋਹ ਵਿਚਾਰ ਗੁਰਿਆਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦਿੱਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਬਾਬਾ ਬੁੱਢਾ ਜੀ ਆਦਿ ਸਿੱਖ ਨੇ ਗੁਰਿਆਈ ਦੀ ਸੇਵਾ ਭਾਈ ਬੁੱਢਾ ਜੀ ਨੇ ਸਮੇਂ ਕਰਦੇ ਰਹੇ। ਤੇ ਦੂਜੀ ਮਹਾਰਾਜ ਨੇ ਬਚਨ ਕੀਤਾ ਕਿ ਤੁਸੀਂ ਅੱਜ ਤੋਂ ਬਾਅਦ ਸ਼ਸਤਰਧਾਰੀ ਬਣਨਾ ਹੈ ਤੇ ਮੀਰੀ ਦੀਆਂ ਤੇ ਪੀਰੀ ਦੀਆਂ 2 ਤਲਵਾਰਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਹਿਨੀਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਬਣਾਇਆ ਜਿੱਥੇ ਸਿੱਖਾਂ ਦੇ ਫੈਸਲੇ ਹੋਣ ਲੱਗੇ। ਇੱਕ ਵੱਖਰੀ ਕੌਮ ਸਾਜੀ ਮਹਾਰਾਜ ਨੇ ਤੇ ਉਸ ਸਮੇਂ ਮਹਾਰਾਜ ਨੇ ਬਚਨ ਕੀਤਾ ਸੀ ਹੁਣ ਸ਼ਸਤਰ ਰੱਖਣ ਦਾ ਸਮਾਂ ਆ ਗਿਆ ਹੈ। ਤੇ ਉਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ 5 ਸਿੰਘਾਂ ਦੇ ਨਾਲ ਲਾਹੌਰ ਦੀ ਧਰਤੀ ਤੇ ਪਹੁੰਚਦੇ ਨੇ ਤੇ ਉੱਥੇ ਪਹੁੰਚ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਹਾਂਗੀਰ ਦੇ ਸਾਹਮਣੇ ਲਿਆਂਦਾ ਤੇ ਉਸ ਸਮੇਂ ਚੰਦੂ ਕੋਲ ਸੀ। ਮਹਾਰਾਜ ਦੇ ਕੰਨ ਭਰਦਾ ਰਹਿੰਦਾ ਸੀ ਜਹਾਂਗੀਰ ਦੇ ਚੰਦੂ ਮਹਾਰਾਜ ਦੇ ਵਿਰੁੱਧ। ਤੇ ਉਸ ਸਮੇਂ ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਆਖਿਆ ਗਿਆ ਕਿ ਜਿਹੜਾ ਤੁਸੀਂ ਗ੍ਰੰਥ ਲਿਖਿਆ ਇਹਦੇ ਵਿੱਚ ਸਾਡੇ ਮੁਹੰਮਦ ਸਾਹਿਬ ਦੀ ਸਿਫਤ ਲਿਖੋ। ਤੇ ਮਹਾਰਾਜ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਬਾਣੀ ਦੇ ਵਿੱਚ ਕਿਸੇ ਦੀ ਸਿਫਤ ਨਹੀਂ ਲਿਖ ਸਕਦੇ, ਇਹ ਦਰਗਾਹੀ ਬਾਣੀ ਹੈ, ਇਹਦੇ ਵਿੱਚ ਕਿਸੇ ਬੰਦੇ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਫ਼ ਇਨਕਾਰ ਕਰ ਦਿੱਤਾ। ਤੇ ਵੇਖੋ ਅਸੀਂ ਵੀ ਸੋਚੀਏ ਕਿਤੇ ਅਸੀਂ ਤਾਂ ਨਹੀਂ ਬਾਣੀ ਨਾਲ ਕਿਤੇ ਧਰੋਕ ਮਾਰੇ, ਅਸੀਂ ਤੇ ਨੇ ਬਾਣੀ ਦੀ ਬੇਅਦਬੀ ਕਰ ਰਹੇ ਪਿਆਰਿਓ। ਕਿਤੇ ਅਸੀਂ ਬਾਣੀ ਨੂੰ ਆਪਣੇ ਹਿਰਦਿਆਂ ਤੋਂ ਵਿਸਾਰ ਕੇ ਕਿਸੇ ਹੋਰ ਥਾਂ ਤੇ ਤਾਂ ਨਹੀਂ ਭਟਕਦੇ, ਕਿਤੇ ਥਾਂ ਥਾਂ ਤੇ ਤਾਂ ਨਹੀਂ ਮੱਥੇ ਟੇਕਦੇ ਪਿਆਰਿਓ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਸਿੱਖ ਉਹ ਹੈ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾਉਂਦਾ ਹੈ, ਜਿਹੜਾ ਬਾਣੀ ਤੇ ਭਰੋਸਾ ਰੱਖਦਾ ਹੈ। ਤੇ ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਮਹਾਰਾਜ ਨੂੰ ਕਿਹਾ ਕਿ 2 ਲੱਖ ਰੁਪਇਆ ਜੁਰਮਾਨਾ ਹੋਵੇਗਾ, ਤੁਸੀਂ ਖੁਸਰੋ ਨੂੰ ਪਨਾਹ ਦਿੱਤੀ ਹੈ, ਤੁਸੀਂ ਗੁਰੂ ਘਰ ਵਿੱਚ ਲੰਗਰ ਛਕਾਇਆ ਹੈ,
महाराज ने बचन किया कि इत्थे गुरु घर विच जेड़ा मर्जी आ जावे, भावें कोई पुन्नी आ जावे, पापी आ जावे, कोई उच्ची जात दा कोई नीवी जात दा आ जावे, इत्थे कोई भी आ सकदा है, इत्थे जेड़ा मर्जी आके लंगर छक सकदा है। आखो सतनाम। इत्थे किसे नाल कोई वितकरा नहीं। ते उस तो बाद फिर गुरु अर्जन देव पातशाह जी नूं तसीहे दिते गए। ते तसीहे की दिते गए? जे जासा दे कानून दे मुताबिक गुरु अर्जन देव पातशाह नूं मौत की सज़ा दी गई। ते जासा दा कानून कहता कि किसी की मौत करन लग्या, सज़ा देण लग्या, उहदे खून का एक भी कतरा जमीन ते नहीं डिगना चाहिए। जे किसी गुरु अर्जन देव पातशाह जी दी खून का एक कतरा भी धरती ते डिगदा ते उन्हां वर्गे होर शहीद पैदा हो जाने सी। आखो सतनाम। श्री वाहिगुरू। उन्हां दे अंदर डर सी, इस करके उन्होंने जासा दे कानून के मुताबिक गुरु अर्जन देव पातशाह जी नूं तत्ती तवी दे उत्ते बिठा के उन्हां दे शरीर नूं साड़िया गया, सिर दे उत्ते गर्म रेता पाया गया, उन्हां नूं गर्म पानी दे विच उबालिया गया। किड्डे बड़े बड़े गुरु अर्जन देव पातशाह जी नूं सी, किन्ने उन्हां नूं तसीहे दिते गए, पर गुरु अर्जन देव पातशाह जी शांत रहे। आखो सतनाम। श्री वाहिगुरू। फिर भी तत्ती तवी ते बैठ के ही आख्या, महाराज ने तेरा किया मीठा लागे हर नाम पदार्थ नानक। ये शांति दे पुंज सन। सतवीर सिंह जी लिखते ने, कहते रेता भी तत्ता सी, तवी भी तत्ती सी, वो महीना भी तत्ता सी, पानी भी तत्ता सी, चंदू दा हिरदा भी बड़ा तत्ता सी, ते जे तत्ता नहीं सी वो शांत सी वो गुरु अर्जन देव सी सन। आखो सतनाम। श्री वाहिगुरू। बाहर दी तपस उन्हां दे अंदर नूं साड़ नहीं सकी। ये बाणी दा प्रताप है प्यारिओ। इसे करके ते असीं सारे बाणी पढ़ते हाँ, सुख मनी सुख अमृत नाम। ये सुखां दी मणि अमृत बाणी, हर हर तेरी सुन सुन होवे परम गत मेरी। जलन बोझी शीतल होए मनुआ, सतगुर का दर्शन पाए। गुरु अर्जन देव पातशाह जी नूं तत्ती तवी ते बिठाया गया, उन्हां दा शरीर साड़ दिता गया, उन्हां दे शरीर उत्ते छाले पै गए। आओ एक कविता सरवण करिए, फिर समाप्ति करिए, समा होने वाला है। आओ गुरु अर्जन देव पातशाह नूं याद करदे हां, उन्हां महान शहीदां दी याद विच जुड़े हाँ। आओ एक कविता राही सरवण करिए जी। सौखी संसार तो होनी ना दूर गुलामी, सौखी संसार तो होनी ना दूर गुलामी। सौखी संसार तो होनी ना दूर गुलामी, सौखी संसार तो होनी ना दूर गुलामी। जद तक कोई तवियां उते धूणियां तावे ना, जद तक कोई तवियां उते धूणियां तावे ना। उबलदियां देगां तपदियां रेता विच नावे ना, उबलदियां देगां सड़दियां रेता विच नावे ना। लहना जंगालनी तद तक, लहना जंगालनी तद तक, अणखी तलवार तो
ਨਾ ਦੂਰ ਗੁਲਾਮੀ, ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ। ਜਦ ਤੱਕ ਮੈਂ ਸੂਮ ਨਿਗਾਹ ਵਿੱਚ ਜਿਣੇ ਨਾ ਜਾਣਗੇ, ਜਦ ਤੱਕ ਮੈਂ ਸੂਮ ਨਿਗਾਹ ਵਿੱਚ ਜਿਣੇ ਨਾ ਜਾਣਗੇ। ਇੱਕ ਦੋ ਨਹੀਂ ਲੱਖਾਂ ਜਦ ਤੱਕ ਸਿਰ ਨਾ ਕਟਵਾਣਗੇ, ਇੱਕ ਦੋ ਨਹੀਂ ਲੱਖਾਂ ਜਦ ਤੱਕ ਸਿਰ ਨਾ ਕਟਵਾਉਣਗੇ। ਤਦ ਤੱਕ ਨਾ ਰੁਕੂ ਸ਼ਿਕਾਰੀ ਜੀ, ਤਦ ਤੱਕ ਨਾ ਰੁਕੂ ਸ਼ਿਕਾਰੀ, ਪਾਪਾਂ ਦੀ ਕਾਰ ਤੋਂ ਹੋਣੀ ਨਾ ਦੂਰ ਗੁਲਾਮੀ, ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ। ਸੌਖੀ ਸੰਸਾਰ ਤੋਂ ਹੋਣੀ ਨਾ ਦੂਰ ਗੁਲਾਮੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨਾਂ ਦਾ ਸਰੀਰ ਇਹੋ ਜਿਹਾ ਹੋ ਗਿਆ ਕਿ ਸਰੀਰ ਉੱਤੇ ਛਾਲੇ ਪੈ ਗਏ, ਸਰੀਰ ਉੱਤੋਂ ਮਾਸ ਸੀ ਜਿਹੜਾ ਉਹ ਉਤਰਨਾ ਸ਼ੁਰੂ ਹੋ ਗਿਆ। ਇਹ ਹਾਲਾਤ ਸਾਈਂ ਮੀਆਂ ਮੀਰ ਜੀ ਵੀ ਮਿਲੇ, ਉਹਨਾਂ ਤੋਂ ਵੇਖੇ ਨਹੀਂ ਗਏ। ਉਹਨਾਂ ਨੇ ਆਖਿਆ, ਬਚਨ ਆਖਿਆ ਕਿ ਮੈਂ ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬਾਣੀ ਉਚਾਰਨ ਵਾਲੇ ਇੰਨੇ ਸ਼ਾਂਤ ਨੇ ਤੇ ਮਹਾਰਾਜ ਨੇ ਬਚਨ ਕਿਹਾ ਸੀ, ਸਾਈਂ ਮੀਆਂ ਮੀਰ ਜੀ ਸ਼ਾਂਤ ਰਹੋ। ਤੇ ਉਸ ਤੋਂ ਬਾਅਦ ਜਿਹੜੀ ਚੰਦੂ ਦੀ ਨੂੰਹ ਸੀ ਤੇ ਮਹਾਰਾਜ ਦੇ ਹਾਲਾਤ ਵੇਖੇ ਨਹੀਂ ਗਏ ਉਹਦੇ ਕੋਲੋਂ, ਤੇ ਮਹਾਰਾਜ ਵਾਸਤੇ ਦੁੱਧ ਲੈ ਕੇ ਗਏ ਠੰਡਾ, ਤੇ ਮਹਾਰਾਜ ਨੂੰ ਪਿਲਾਉਣ ਵਾਸਤੇ ਜਦੋਂ ਕਿਹਾ, ਮਹਾਰਾਜ ਨੇ ਆਖ ਦਿੱਤਾ ਕਿ ਅਸੀਂ ਚੰਦੂ ਦੇ ਘਰ ਦਾ ਪਾਣੀ ਤੱਕ ਨਹੀਂ ਪੀਣਾ ਹੈ। ਤੇ ਮਹਾਰਾਜ ਨੇ ਬਚਨ ਕਿਹਾ ਸੀ, ਇਹੋ ਜਿਹਾ ਸਮਾਂ ਆਏਗਾ ਕਿ ਤੁਹਾਡੀ ਯਾਦ ਵਿੱਚ ਲੋਕ ਠੰਡੇ ਪਾਣੀ ਦੀਆਂ ਛਬੀਲਾਂ ਲਾਉਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਛਬੀਲਾਂ ਉਹਨਾਂ ਦੇ ਨਾਂ ਤੇ ਲੱਗਦੀ ਆ। ਜਿਹੜੀ ਚੰਦੂ ਦੀ ਨੂੰਹ ਸੀ ਉਹ ਗੁਰੂ ਘਰ ਦੀ ਅਤ ਸ਼ਰਧਾਲੂ ਸੀ, ਗੁਰੂ ਘਰ ਨਾਲ ਪਿਆਰ ਕਰਨ ਵਾਲੀ ਮੂਰਤ ਸੀ। ਤੇ ਇੱਧਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਰੀਰ ਪੰਜਵੇਂ ਦਿਨ ਫਿਰ ਮਹਾਰਾਜ ਨੇ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕੀਤਾ। ਬੜਾ ਠੰਡਾ ਪਾਣੀ ਸੀ ਤੇ ਫਿਰ ਰਾਵੀ ਦਰਿਆ ਦੇ ਕੰਢੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਵੇਖੋ ਉਹਨਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਬਾਣੀ ਨਾਲ ਜੋੜ ਕੇ ਗਏ। ਇਸ ਕਰਕੇ ਅਸੀਂ ਬਾਣੀ ਨਾਲ ਜੁੜੀਏ। ਉਹਨਾਂ ਮਹਾਨ ਸ਼ਹੀਦਾਂ ਨੂੰ ਜੇ ਅਸੀਂ ਅੱਜ ਸੱਚੀ ਸ਼ਰਧਾਂਜਲੀ ਦੇਣੀ ਹੈ ਤੇ ਅਸੀਂ ਆਓ ਪਿਆਰਿਓ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸੋਹਣਾ ਬਣਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਕੁਰਬਾਨੀਆਂ ਦਿੱਤੀਆਂ ਪਿਆਰਿਓ, ਜੋ ਦੀਪ ਜਲਾਵਣ ਚਰਬੀ ਦੇ ਕੀ ਲੋੜ ਉਹਨਾਂ ਨੂੰ ਮੋਮਾਂ ਦੀ। ਜਦੋਂ ਡੁੱਲਦਾ ਸੀਨ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਉਹ ਤਕਦੀਰਾਂ ਬਦਲ ਜਾਂਦੀਆਂ ਨੇ ਕੌਮਾਂ ਦੀਆਂ ਪਿਆਰਿਓ। ਆ 6 ਜੂਨ ਨੂੰ 84 ਦੇ ਅੰਦਰ ਕਿੰਨਾ ਕਤਲੇਆਮ ਹੋਇਆ। ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਖਾਲਸਾ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਆਓ ਪਿਆਰਿਓ ਅਸੀਂ ਆਪਣੇ ਅੰਦਰ ਉਹ ਸੋਚ ਪੈਦਾ ਕਰੀਏ, ਚੜ੍ਹਦੀ ਕਲਾ ਵਾਲਾ ਜੀਵਨ ਪੈਦਾ ਕਰੀਏ। ਉਹਨਾਂ ਨੇ ਸਾਡੇ ਲਈ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ ਨੇ। ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ। ਆਓ ਲਾਸਟ ਧਾਰਨਾ ਪੜ੍ਹੀਏ, ਫਿਰ ਨਾਲ ਦੀ ਨਾਲ ਆਪਾਂ ਸਮਾਪਤੀ ਕਰਨੀ ਹੈ। ਸਮਾਂ ਹੋ ਗਿਆ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਬੜੇ ਪਿਆਰ ਸਤਿਕਾਰ ਨਾਲ ਸੁਣਿਆ। ਦਾਸ ਦਾ ਜਥਾ ਨੇੜੇ ਸ਼ਹੀਦੀ ਅਸਥਾਨ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਸ਼ਹੀਦੀ ਅਸਥਾਨ ਤੇ ਦਾਸ ਸੇਵਾ ਕਰਦਾ। ਬੜੇ ਪਿਆਰ ਵਾਲੀਆਂ ਸੰਗਤਾਂ ਬੈਠੀਆਂ ਨੇ, ਜਿਹੜੀਆਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ
ਪਾਕ ਪਵਿੱਤਰ ਧਰਤੀ ਤੇ ਰੋਜ਼ ਸੇਵਾ ਤੇ ਸਿਜਦਾ ਕਰਨ ਲਈ ਜਾਂਦੀਆਂ ਨੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇੱਥੋਂ ਦੇ ਗ੍ਰੰਥੀ ਸਿੰਘ ਦਾ ਬਹੁਤ ਧੰਨਵਾਦ, ਬਹੁਤ ਧੰਨਵਾਦ ਸਾਊਂਡ ਵਾਲੇ ਵੀਰ ਦਾ, ਤੇ ਧੰਨਵਾਦ ਜਿਹੜੇ ਲਾਈਵ ਪ੍ਰੋਗਰਾਮ ਗਗਨਦੀਪ ਵੀਰ ਜੀ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ। ਆਓ ਹੁਣ ਸਾਰੇ ਆ ਲਾਸਟ ਧਾਰਨਾ ਪੜੀਏ, ਫਿਰ ਸਮਾਪਤੀ ਕਰੀਏ ਜੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਮਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਲਈ ਮਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ, 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 ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਲਈ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਲਈ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ 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 ਲਈ ਵਾਰੀ, ਜਿਨ੍ਹਾਂ ਜਿੰਦੜੀ ਧਰਮ ਜਿੰਦੜੀ ਧਰਮ ਤੋਂ ਵਾਰੀ, ਉਹ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਲਈ ਵਾਰੀ, ਜਿੰਦੜੀ ਕੌਮ ਤੋਂ ਵਾਰੀ, ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ, ਪ੍ਰਣਾਮ ਸ਼ਹੀਦਾਂ ਨੂੰ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਤੋਂ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿੰਦੜੀ ਧਰਮ ਲਈ ਵਾਰੀ, ਨਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਲਈ ਵਾਰੀ, ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਕੌਮ ਲਈ ਵਾਰੀ, ਪੂਰਾ ਸੋ ਪਹਿਚਾਨਿਆ ਦੀਨ ਕੇ ਦੇਸ, ਪੂਜਾ ਪੂਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ, ਇਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਸ ਕਰਕੇ ਪਿਆਰਿਓ, ਜ਼ਿੰਦਗੀ 'ਚ ਬੜੇ ਦੁੱਖ ਸੁੱਖ ਆਉਂਦੇ ਨੇ, ਪਰ ਅਸੀਂ ਜਦੋਂ ਬਾਣੀ ਨਾਲ ਜੁੜ ਗਏ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਇਸ ਕਰਕੇ ਬਾਣੀ ਨਾਲ ਜੁੜ ਕੇ ਫਿਰ ਸਾਡੇ ਸਾਹਮਣੇ ਦੁੱਖ ਵੀ ਬੜੇ ਛੋਟੇ ਜਿਹੇ ਹੋਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਆਵੇ ਤੇ ਜੀਵਨ ਪੜ੍ਹਿਓ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਜਿਨ੍ਹਾਂ ਨੇ ਬੜੇ ਬੜੇ ਤਸੀਹੇ ਝੱਲ ਕੇ ਵੀ ਆਪਣੇ ਆਪ ਨੂੰ ਸ਼ਾਂਤ ਰੱਖਿਆ। ਕਦੇ ਇਤਿਹਾਸ ਪੜ੍ਹ ਕੇ ਵੇਖਿਓ ਗੁਰੂ ਗੋਬਿੰਦ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੇ ਲਖਤੇ ਜਿਗਰ, ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ, ਫੇਰ ਵੀ ਚੜ੍ਹਦੀ ਕਲਾ ਵਿੱਚ ਨੇ। ਆਖੋ ਸਤਨਾਮ। ਇਸ ਕਰਕੇ ਬਾਣੀ ਨਾਲ ਜੁੜੀਏ ਜੀ। ਇਸ ਕਰਕੇ ਬਾਣੀ ਨਾਲ ਜੁੜ ਕੇ ਸਾਡਾ ਜੀਵਨ ਸਫਲ ਹੋਣਾ। ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਗੁਰੂ ਵਾਲੇ ਬਣੀਏ ਪਿਆਰਿਓ, ਆਪਣੇ ਸਿਰਾਂ ਤੇ ਦਸਤਾਰਾਂ ਸਜਾਈਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸ ਦੱਸਦਾ, ਜਦੋਂ ਉਹਨਾਂ ਦੇ ਸੀਸ ਵਿੱਚ ਰੇਤਾ ਪਾਉਣਾ ਸੀ ਨਾ, ਤੇ ਉਹਨਾਂ ਦੀ ਦਸਤਾਰ ਨੂੰ ਉਤਾਰਿਆ ਗਿਆ, ਕੇਸਾਂ ਨੂੰ ਖੋਲਿਆ ਗਿਆ, ਤੇ ਉਹਨਾਂ ਦੇ ਸਿਰਾਂ ਦੇ ਵਿੱਚ ਤੱਤਾ ਤੱਤਾ ਰੇਤਾ ਪਾਇਆ ਗਿਆ, ਤੇ ਉਹਨਾਂ ਨੇ ਸੀ ਨਹੀਂ ਉਚਾਰੀ। ਤੇ ਮਾਫ ਕਰਨਾ ਸੀ, ਗੁਰੂ ਦੇ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ,
ਨਾਈਆਂ ਦੀ ਦੁਕਾਨਾਂ ਤੇ ਜਾ ਕੇ ਅਸੀਂ ਕੇਸ ਕਤਲ ਕਰਾਉਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਆਪਣੇ ਕੇਸ ਕਤਲ ਕਰਾ ਰਹੇ ਹਾਂ। ਆਓ ਪਿਆਰਿਓ ਮੁੜੀਏ, ਸਿਰਾਂ ਦੇ ਦਸਤਾਰਾਂ ਸਜਾਈਏ, ਗੁਰੂਆਂ ਦੇ ਸਿੰਘ ਤੇ ਸਿੰਘਣੀਆਂ ਸਜੀਏ। ਹਰੇਕ ਦੇਸੀ 13 ਤਰੀਕ ਨੂੰ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 11 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਆਓ ਪਿਆਰਿਓ ਗੁਰੂ ਵਾਲੇ ਬਣੀਏ, ਗੁਰੂ ਦੀ ਸਿੱਖੀ ਨੂੰ ਧਾਰਨ ਕਰੀਏ। ਜਿਸ ਗੁਰੂ ਨੇ ਸਾਡੇ ਤੋਂ ਆਪਣਾ ਸਾਰਾ ਕੁਝ ਵਾਰ ਦਿੱਤਾ, ਆਓ ਉਹਨਾਂ ਦੇ ਧੀਆਂ ਤੇ ਪੁੱਤਰ ਬਣ ਕੇ ਮਾਣ ਪ੍ਰਾਪਤ ਕਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। इन पुत्रन के शीस पर वार दिए, ਸੁਤ ਚਾਰ चार मुए तो क्या हुआ जीवत। ਵਹੀ ਹੈ। ਸਾਡੇ ਤੋਂ ਸਾਰਾ ਸਰਬੰਸ ਗੁਰੂ ਨੇ ਵਾਰ ਦਿੱਤਾ ਤੇ ਹੁਣ ਸਾਡਾ ਜਿਹੜੀ ਜ਼ਿੰਮੇਵਾਰੀ ਤੇ ਫਰਜ਼ ਬਣਦਾ ਕਿ ਅਸੀਂ ਗੁਰੂ ਦੀ ਸਿੱਖੀ ਨੂੰ ਧਾਰਨ ਕਰੀਏ। ਸਾਰੀ ਸੰਗਤ ਦਾ ਧੰਨਵਾਦ। ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਸੀਂ ਸਾਰੇ ਜੁੜੇ ਹਾਂ। ਉਹਨਾਂ ਦੀ ਸ਼ਹੀਦੀ ਨੂੰ ਆਪ ਸਾਰੀ ਸੰਗਤਾਂ ਨੂੰ ਕੋਟ ਕੋਟ ਪ੍ਰਣਾਮ ਤੇ ਸਾਰੀ ਸੰਗਤ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਜੁੜਨ ਦਾ ਸਮਾਂ ਬਖਸ਼ਿਆ। ਆਓ ਹੁਣ ਸਾਰੇ ਆਨੰਦ ਸਾਹਿਬ ਵਿੱਚ ਬੋਲੀਏ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਸਾਰੇ ਗੱਜ ਵੱਜ ਕੇ ਬੋਲਿਓ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਵਨ ਵੱਡੀਆਂ ਵਾਗਾਈਆਂ। ਸਾਗਰ ਤਨ ਪਰਵਾਰ ਭਰੀਆ, ਸ਼ਬਦ ਗਾਵਣ ਆਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਦਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤਾਰੋ ਤੂੰ ਮਨ ਮੇਰੇ, ਲੋਕ ਸਭ ਵਿਸਾਰਿਆ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਨਾਗਰਾ ਸਮਰੰਤ ਸੁਆਮੀ, ਲੋਕਿਓ ਰੋਗ ਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ, ਗਿਆਨਾਈ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਵਨ ਵਸਾਵੇ। ਨਾਮ ਜਿਨ ਕੈ ਮਨ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਗਿਆਨਾਈ ਕਰ ਤੇਰੇ ਸਾਚਾ। ਨਾਮ ਮੇਰਾ ਆਧਾਰੋ, ਸਾਧ ਨਾਮ ਆਧਾਰ ਮੇਰਾ। ਭੁੱਖਾਂ ਸਭ ਗਵਾਈਆਂ, ਅਰਸ਼ਾਦ ਸੁਖ ਮਨ ਆਏ ਬਸਿਆ। ਇੱਛਾ ਸਭ 부ਝਾਈਆ। ਸਦਾ ਕੁਰਬਾਨ ਕੀਤਾ ਗੁਰ ਵੇਖੋ, ਜਿਸ ਦੀਆਂ ਹੈ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ ਸਾਚਾ। ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਜ ਸ਼ਬਦ ਜਿਤ ਘਰ ਸੁਭਾਗੈ। ਹਰਸ ਪਾਕੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਡੰਗ ਮਾਰਿਆ। ਕਰਮ ਪਾਇਆ ਤੁਧ ਨਿਤ ਕੋ ਸੇ ਨਾਮ, ਹਰਿ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਜਿਨ ਕਰਿਆ ਅਨਹਦ ਵਾਗੇ। ਨਾਥ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਸੂਰੇ।
ਰਾਜੇ ਅਨਹਦ ਤੂਰੇ ਚਲੋ ਮਾਰਾ ਗੁਰੂ ਭਾਈ ਦਾਤਾ ਈ ਦਿਵਸ ਰਾਤ ਵੇਦਾਈ ਦਾਇਆ ਇਹ ਲੈ ਸੰਗ ਜਗਤ ਕਰਮੀ ਆਪੋ ਆਪਣੀ ਕਿਹੜੇ ਦੂਰ ਜਿਨੀ ਨਾਮ ਤੇ ਆਇਆ ਮੈਂ ਮਸਕਤ ਕਾਲ ਜੀ ਨਾਨਕ ਤੇ ਮੁਖੀ ਉਜਲੇ ਖੇਤੀ ਸੁਖੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਤੋ ਠਾਕੁਰ ਤੁਮ